2020. Firstly, our respected principal ma'am, we will enlighten on national education policy. Ma'am, principal ma'am. Okay, ji. Dear colleagues and students, good morning to all of you. ਸਭ ਦਾ ਸਵਾਗਤ ਹੈ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ 2020 ਦੇ ਵਿੱਚ ਜਿਹੜੀ ਸਾਡੇ ਸਾਹਮਣੇ ਆਈ ਹੈਗੀ ਅੱਜ ਭੁਪਿੰਦਰ ਮੈਮ ਉਹਦੇ ਬਾਰੇ ਡਿਟੇਲਸ ਦੇ ਵਿੱਚ ਦੱਸਣਗੇ ਜੋ ਸਟੂਡੈਂਟਸ ਜਾਂ ਟੀਚਰਸ ਇਸ ਗੂਗਲ ਮੀਟ ਰਾਹੀਂ ਜੁੜੇ ਨੇ ਸਭ ਦਾ ਤੁਹਾਡਾ ਸਵਾਗਤ ਹੈ ਇਸ ਸੈਸ਼ਨ ਦੇ ਵਿੱਚ ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਐਜੂਕੇਸ਼ਨ ਇਜ਼ ਇਕੁਇਵਲੈਂਟ ਟੂ ਡਿਵੈਲਪਮੈਂਟ ਇਟ ਇਜ਼ ਇਕੁਇਵਲੈਂਟ ਟੂ ਗਰੋਥ ਇਟ ਇਜ਼ ਦਾ ਐਡਜਸਟਮੈਂਟ ਐਜੂਕੇਸ਼ਨ ਇਜ਼ ਬੈਟਰਮੈਂਟ ਇਹ ਸਾਨੂੰ ਇੱਕ ਬਿਹਤਰ ਮਨੁੱਖ ਬਣਾਉਂਦੀ ਹੈ ਸੋ ਇਟ ਇਜ਼ ਨਾਟ ਓਨਲੀ ਦਾ ਸ਼ੇਪਿੰਗ ਆਫ ਮਾਈਂਡ ਬਟ ਇਟ ਇਜ਼ ਆਲਸੋ ਦਾ ਸ਼ੇਪਿੰਗ ਆਫ ਐਟੀਟਿਊਡ ਸਾਡਾ ਜਿਹੜਾ ਐਟੀਟਿਊਡ ਹੈ ਉਹਨੂੰ ਇਹ ਡਿਵੈਲਪ ਕਰਦੀ ਆ ਜਿਹੜੀਆਂ ਸਾਡੀਆਂ ਸਕਿੱਲਸ ਨੇ ਮੈਂਟਲ ਫੈਕਲਟੀਜ਼ ਨੇ ਜਾਂ ਸਾਡੀਆਂ ਜਿਹੜੀਆਂ ਸਾਈਕੋਮੋਟਰ ਸਕਿੱਲਸ ਨੇ ਉਹਨਾਂ ਨੂੰ ਡਿਵੈਲਪ ਕਰਦੀ ਹੈ ਐਜੂਕੇਸ਼ਨ ਸੋ ਐਜੂਕੇਸ਼ਨ ਦੇ ਵਿੱਚ ਜਿਹੜਾ ਟੀਚਰ ਹੈਗਾ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਦੇ ਵਿੱਚੋਂ ਜਿਹੜਾ ਟੀਚਰ ਹੈਗਾ ਉਹਦਾ ਦੂਸਰਿਆਂ ਦੀ ਲਾਈਫ ਨੂੰ ਸ਼ੇਪ ਕਰਨ ਦੇ ਵਿੱਚ ਬਹੁਤ ਰੋਲ ਹੈ ਟੀਚਰ ਹੈ ਜਿਹੜਾ ਉਹ ਸਟੂਡੈਂਟਸ ਦੀ ਲਾਈਫ ਨੂੰ ਵੀ ਸ਼ੇਪ ਕਰਦਾ ਰੀਸ਼ੇਪ ਕਰਦਾ ਬੈਟਰ ਬਣਾਉਂਦਾ ਸੋ ਟਾਈਮ ਟੂ ਟਾਈਮ ਜਿਵੇਂ ਜਿਵੇਂ ਸਿਚੁਏਸ਼ਨ ਚੇਂਜ ਹੁੰਦੀ ਆ ਜਿਵੇਂ ਜਿਵੇਂ ਗਲੋਬਲ ਲੈਵਲ ਤੇ ਡਿਵੈਲਪਮੈਂਟਸ ਹੁੰਦੀਆਂ ਨੇ ਜਿਵੇਂ ਜਿਵੇਂ ਸੁਸਾਇਟੀ ਦੇ ਵਿੱਚ ਕੁਝ ਪਾਰਟੀਕੂਲਰ ਐਸਪੈਕਟਸ ਦੇ ਲਈ ਡਿਮਾਂਡਸ ਵਧਦੀਆਂ ਨੇ ਉਵੇਂ ਉਵੇਂ ਨਵੀਆਂ ਪਾਲਿਸੀਜ਼ ਵੀ ਆਉਂਦੀਆਂ ਨੇ ਸੋ ਐਜ਼ ਅ ਟੀਚਰ ਐਂਡ ਐਜ਼ ਅ ਸਟੂਡੈਂਟ ਟੂ ਸਾਨੂੰ ਉਹਨਾਂ ਪਾਲਿਸੀਜ਼ ਬਾਰੇ ਬਹੁਤ ਅੱਛੇ ਤਰੀਕੇ ਨਾਲ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਉਹਨਾਂ ਦੀਆਂ ਇੰਪਲੀਕੇਸ਼ਨਸ ਪ੍ਰੈਕਟੀਕੇਬਲ ਹੋ ਸਕਣ ਅਸੀਂ ਉਹਨਾਂ ਨੂੰ ਅਪਲਾਈ ਕਰ ਸਕੀਏ ਆਪਣੇ ਟੀਚਿੰਗ ਲਰਨਿੰਗ ਪ੍ਰੋਸੈਸ ਨੂੰ ਬਿਹਤਰ ਬਣਾਉਣ ਦੇ ਲਈ ਸੋ ਮੋਦੀ ਗਵਰਨਮੈਂਟ ਨੇ 2020 ਦੇ ਵਿੱਚ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਲੈ ਕੇ ਆਂਦੀ ਜਿਹਨੂੰ ਅਸੀਂ ਕਹਿ ਰਹੇ ਹਾਂ NEP ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਜਿਹੜੀ ਕਿ 2022 ਦੇ ਵਿੱਚ ਲਾਗੂ ਹੋ ਜਾਏਗੀ ਇਹਦੇ ਵਿੱਚ ਬਹੁਤ ਸਾਰੀਆਂ ਰਿਫਾਰਮਸ ਆਈਆਂ ਐਜੂਕੇਸ਼ਨ ਦੇ ਵਿੱਚ ਬਹੁਤ ਮੇਜਰ ਜਿਹੜੀ ਪਾਲਿਸੀਜ਼ ਹੈ ਬਹੁਤ ਮੇਜਰ ਰਿਫਾਰਮਸ ਆ ਜਿਹੜੀਆਂ ਉਹ ਡਿਸਕ੍ਰਾਈਬ ਕਰਦੀ ਆ ਸਭ ਤੋਂ ਪਹਿਲੀ ਗੱਲ ਤਾਂ ਹੈ ਜਿਹੜੀ ਸਾਡਾ 10+2 ਸਟਰਕਚਰ ਹੈ ਜਿਵੇਂ ਹੁਣ ਤੱਕ ਸਾਡਾ ਹੁੰਦਾ ਸੀ ਕਿ 10th ਤੱਕ ਸਾਡਾ ਹਾਇਰ ਸਕੂਲ ਦੇ ਵਿੱਚ ਹਾਈ ਕਲਾਸਿਸ ਉਸ ਤੋਂ ਬਾਅਦ ਸੀਨੀਅਰ ਸੈਕੰਡਰੀ ਕਲਾਸਿਸ +1 +2 ਜਿਹੜਾ 10+2 ਸਟਰਕਚਰ ਆ ਉਹ ਰਿਪਲੇਸ ਹੋਣ ਜਾ ਰਿਹਾ ਹੈਗਾ ਵਿਦ 5+3+3+4 ਸਟਰਕਚਰ ਮਤਲਬ ਜਿਹੜੇ ਪਹਿਲੇ 5 ਸਾਲ ਨੇ ਉਹਨੂੰ ਅਸੀਂ ਫਾਊਂਡੇਸ਼ਨਲ ਕਹਿ ਸਕਦੇ ਹਾਂ ਫਾਊਂਡੇਸ਼ਨਲ ਇਨ ਦਾ ਸੈਂਸ ਕਿ ਉਹਦੇ ਵਿੱਚ 3 ਸਾਲ ਹੈ ਜਿਹੜਾ ਬੱਚਾ ਉਹ ਆਂਗਣਵਾੜੀ 'ਚ ਜਾਏਗਾ ਉਸ ਤੋਂ ਬਾਅਦ 2 ਸਾਲ ਹੈ ਜਿਹੜਾ ਉਹਦੀ ਅਸੀਂ ਫਸਟ ਐਂਡ ਸੈਕੰਡ ਕਲਾਸ ਪ੍ਰੀ ਸਕੂਲਿੰਗ ਕਹਿ ਸਕਦੇ ਹਾਂ ਫਾਊਂਡੇਸ਼ਨਲ ਕੋਰਸਿਸ ਫॉर 5 ਇਅਰਸ ਉਸ ਤੋਂ ਬਾਅਦ 3rd 4th 5th ਕਲਾਸ ਜਿਨ੍ਹਾਂ ਨੂੰ ਅਸੀਂ ਪ੍ਰੈਪਰੇਟਰੀ ਕਲਾਸਿਸ ਕਹਿ ਸਕਦੇ ਹਾਂ ਪ੍ਰਾਇਮਰੀ ਐਜੂਕੇਸ਼ਨ ਕਹਿ ਸਕਦੇ ਹਾਂ 5+3 ਮਤਲਬ 3rd 4th 5th ਕਲਾਸ ਉਸ ਤੋਂ ਬਾਅਦ +3 6th 7th 8th ਕਲਾਸ ਮਿਡਲ ਕਲਾਸਿਸ ਉਸ ਤੋਂ ਬਾਅਦ +4 9th 10th 11th and 12th ਮਤਲਬ ਜਿਹੜੀ 10+2 ਸਟਰਕਚਰ ਹੈ ਇਟ ਇਜ਼ ਗੋਇੰਗ ਟੂ ਬੀ ਰਿਪਲੇਸਡ ਬਾਈ 5+3+3+4 ਸਟਰਕਚਰਸ ਮਤਲਬ ਉਹੀ 12 ਇਅਰ ਸਕੂਲਿੰਗ ਜਿਹੜੀ ਹੈਗੀ ਆ ਉਹ ਹੋਏਗੀ ਉਸ ਤੋਂ ਬਾਅਦ ਜਿਹੜਾ ਹੈਗਾ ਗਾ ਕੈਂਡੀਡੇਟ ਉਹ ਹਾਇਰ ਐਜੂਕੇਸ਼ਨ ਦੇ ਵਿੱਚ ਜਾਏਗਾ ਹਾਇਰ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਜਾਏਗਾ ਜਿਹੜਾ ਸਾਡਾ 2030 ਦੇ ਵਿੱਚ ਗਲੋਬਲ ਸਾਡਾ ਜਿਹੜੇ ਏਜੰਡਾਜ਼ ਨੇਗੇ ਜਿਹੜੇ ਫਿਕਸ ਕੀਤੇ ਗਏ ਨੇ ਉਹਨਾਂ ਦੇ ਵਿੱਚ ਕੁਝ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ ਜਿਹੜੇ ਉਹ ਨਿਰਧਾਰਿਤ ਕੀਤੇ ਗਏ ਨੇ ਐਜ਼ ਅ ਟੀਚਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਸਸਟੇਨੇਬਲ ਡਿਵੈਲਪਮੈਂਟ ਮੀਨਸ ਕਿ ਜਦੋਂ ਅਸੀਂ ਸਾਇੰਸ ਐਂਡ ਟੈਕਨੋਲੋਜੀ ਦੇ ਫੀਲਡ ਦੇ ਵਿੱਚ ਬੜੀ ਡਿਵੈਲਪ ਕਰ ਰਹੇ ਹਾਂ ਸਾਡੀ ਬੜੀ ਨੌਲੇਜ ਐਕਸਪਲੋਜ਼ਨ ਹੋਇਆ ਹੈ ਤਾਂ ਉਹਦਾ ਸਾਡੀ ਡਿਵੈਲਪਮੈਂਟ ਇੱਕ ਫੇਸ ਤੇ ਰਹੇ ਇੱਕ ਸਸਟੇਨੇਬਲ ਇਨ ਦਾ ਸੈਂਸ ਕਿ ਸਾਡਾ ਜਿਹੜਾ ਪੋਲਿਊਸ਼ਨ ਫ੍ਰੀ ਫਿਜ਼ੀਕਲ ਐਨਵਾਇਰਨਮੈਂਟ ਹੋਵੇ ਅਸੀਂ ਮੈਂਟਲੀ ਇਮੋਸ਼ਨਲੀ ਸਟੇਬਲ ਹੋਈਏ ਸਾਡੇ ਜਿਹੜੇ ਸਟੂਡੈਂਟਸ ਨੇ ਉਹਨਾਂ ਤੇ ਕੋਈ ਸਟ੍ਰੈਸ ਨਾ ਆਵੇ ਸੋ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ ਸਸਟੇਨੇਬਲ ਡਿਵੈਲਪਮੈਂਟ ਦਾ ਗੋਲ 4 ਹੈ ਜਿਹੜਾ ਉਹਦੇ ਵਿੱਚ ਐਜੂਕੇਸ਼ਨ ਦੀ ਗੱਲ ਕੀਤੀ ਗਈ ਹੈ ਕਿ ਇਟ ਮਸਟ ਬੀ ਅਸੈਸਿਬਲ ਇਹ ਸਾਰਿਆਂ ਲਈ ਅਸੈਸਿਬਲ ਹੋਣੀ ਚਾਹੀਦੀ ਆ ਇਟ ਮਸਟ ਬੀ ਕੁਆਲਿਟੇਟਿਵ ਹੋਣੀ ਚਾਹੀਦੀ ਆ
ਉਹਦੇ ਵਿੱਚ ਇਕੁਇਟੀ ਤੇ ਇਕੁਐਲਿਟੀ ਦੀ ਗੱਲ ਕੀਤੀ ਗਈ ਹੈ। ਸੋ ਉਹ ਐਜੂਕੇਸ਼ਨ ਜਿਹੜੀ ਸਾਨੂੰ ਸੋਸ਼ਲ ਜਸਟਿਸ ਸਿਖਾਵੇ, ਜਿਹੜੀ ਸਾਨੂੰ ਇਕਨੋਮਿਕਲੀ ਇੰਡੀਪੈਂਡੈਂਟ ਬਣਾਵੇ, ਜਿਹੜੀ ਸਾਨੂੰ ਸਾਇੰਟੀਫਿਕਲੀ ਐਡਵਾਂਸ ਬਣਾਵੇ, ਜਿਹਦੇ ਨਾਲ ਅਸੀਂ ਆਪਣਾ ਕਲਚਰਲ ਹੈ ਜਿਹੜਾ ਉਹ ਕਲਚਰ ਪ੍ਰੀਜ਼ਰਵ ਕਰਕੇ ਰੱਖ ਸਕੀਏ। ਮਤਲਬ ਜਿਹੜੀ ਹਾਇਰ ਐਜੂਕੇਸ਼ਨ ਹੈ, ਇਟ ਇਜ਼ ਨਾਟ ਓਨਲੀ ਟੂ ਪ੍ਰੋਵਾਈਡ ਲਿਟਰੇਸੀ। ਇਹਦੇ ਵਿੱਚ ਸਿਰਫ ਲੋਅਰ ਫੈਕਲਟੀਜ਼ ਨੇ ਅਸੀਂ ਉਹ ਡਿਵੈਲਪ ਨਹੀਂ ਕਰਨੀਆਂ ਹੁੰਦੀਆਂ, ਜਿਹੜੀਆਂ ਸਾਡੀਆਂ ਹਾਇਰ ਕੋਗਨੀਟਿਵ ਸਕਿੱਲਸ ਨੇ ਉਹਨਾਂ ਨੂੰ ਐਜ਼ ਅ ਟੀਚਰਸ ਅਸੀਂ ਡਿਵੈਲਪ ਕਰਨਾ ਹੁੰਦਾ, ਕਿਉਂਕਿ ਅਸੀਂ ਬੱਚਿਆਂ ਨੂੰ ਸੁਸਾਇਟੀ ਲਈ ਪ੍ਰਪੇਅਰ ਕਰ ਰਹੇ ਹਾਂ ਇਸ ਲੈਵਲ 'ਤੇ। ਉਹ ਇੰਨੇ ਮੈਚਿਓਰ ਹੋ ਜਾਂਦੇ ਨੇ, ਅਸੀਂ ਉਹਨਾਂ ਨੂੰ ਸੁਸਾਇਟੀ ਲਈ ਪ੍ਰਪੇਅਰ ਕਰ ਰਹੇ ਹਾਂ। ਸੋ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜਾ ਹਾਇਰ ਵਰਡ ਆਗਾ, it denotes enlightened ones. Now the students become enlightened. So ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਉਹ ਵੀ ਸਸਟੇਨੇਬਲ ਡਿਵੈਲਪਮੈਂਟ ਦਾ ਜਿਹੜਾ ਗੋਲ 4 ਹੈ ਉਸਨੂੰ ਧਿਆਨ 'ਚ ਰੱਖ ਕੇ ਸਾਹਮਣੇ ਲੈ ਕੇ ਆਉਂਦੀ ਹੈ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹਦੀਆਂ ਕੁਝ ਖਾਸੀਅਤ ਨੇ, ਵੈਸੇ ਮੈਡਮ ਭੁਪਿੰਦਰ ਡਿਟੇਲ ਦੇ ਵਿੱਚ ਇਹ ਤੇ ਡਿਸਕਸ ਕਰਨਗੇ, ਡਾਕਟਰ ਭੁਪਿੰਦਰ ਕੌਰ। ਸਭ ਤੋਂ ਪਹਿਲਾਂ ਇਹਦੇ ਵਿੱਚ ਹੈਗਾ ਕਿ ਇਹਦੀ ਮਲਟੀ ਡਿਸਿਪਲਿਨਰੀ ਅਪਰੋਚ ਹੈ। ਜਿਵੇਂ ਅਸੀਂ ਪਹਿਲਾਂ ਜੇ ਸਟੂਡੈਂਟ ਸਾਇੰਸ ਦੇ ਫੀਲਡ ਦੇ ਵਿੱਚ ਚਲਿਆ ਗਿਆ BSc ਪਾਰਟ 1 ਦੇ ਵਿੱਚ, ਤਾਂ ਉਹਨੂੰ ਅਸੀਂ ਅਲਾਉ ਨਹੀਂ ਸੀ ਕਰਦੇ ਕਿ ਉਹ ਸਟਰੀਮ ਛੱਡ ਕੇ ਆਰਟਸ ਦੇ ਵਿੱਚ ਜਾ ਸਕੇ। ਸਭ ਤੋਂ ਪਹਿਲਾਂ ਇਹਦੇ ਵਿੱਚ ਮਲਟੀ ਡਿਸਿਪਲਿਨਰੀ ਅਪਰੋਚ ਸ਼ਾਮਿਲ ਕੀਤੀ ਗਈ ਆ। ਇਹ ਪੋਸੀਬਲ ਹੋਏਗਾ ਕਿ ਸਟਰੀਮ ਸਟੂਡੈਂਟ ਚੇਂਜ ਕਰ ਪਾਏਗਾ। ਉਸ ਤੋਂ ਬਿਨਾਂ ਇਹਦੇ ਵਿੱਚ ਆਟੋਨੋਮੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਇੰਸਟੀਟਿਊਸ਼ਨਸ ਨੂੰ ਜ਼ਿਆਦਾ ਅਧਿਕਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਆਪਣੇ ਲੈਵਲ ਤੇ ਕਰਿਕੂਲਮ ਡਿਵੈਲਪ ਕਰ ਪਾਉਣਗੇ। ਐਜ਼ ਟੀਚਰਸ, ਟੀਚਰ ਦਾ ਜਿਹੜਾ ਕੈਰੀਅਰ ਪ੍ਰੋਗਰੈਸ਼ਨ ਹੈਗਾ ਦੈਟ ਵਿਲ ਬੀ ਬੇਸਡ ਔਨ ਟੀਚਿੰਗ ਐਜ਼ ਵੈਲ ਐਜ਼ ਰਿਸਰਚ। ਕਿਉਂਕਿ ਪਹਿਲਾਂ ਜਿਹੜੀ ਰਿਸਰਚ ਸੀ ਉਹ ਜ਼ਿਆਦਾ ਯੂਨੀਵਰਸਿਟੀ ਦੇ ਵਿੱਚ ਹੁੰਦੀ ਸੀ, ਕਾਲਜਿਸ ਦੇ ਵਿੱਚ ਇੰਨੀ ਜ਼ਿਆਦਾ ਰਿਸਰਚ ਦੀ ਮਤਲਬ ਕੁਆਲੀਟੇਟਿਵ ਰਿਸਰਚ ਨਹੀਂ ਸੀ। ਸੋ ਜਿਹੜੀ ਇਹ ਵਾਲੀ ਪਾਲਿਸੀ ਹੈ ਇਟ ਇਜ਼ ਬੇਸਡ ਔਨ ਸੀਡਿੰਗ ਰਿਸਰਚ ਇਨ ਕਾਲਜ ਲੈਵਲ ਤੇ ਜਿਹੜੀ ਪੀਅਰ ਰਿਵਿਊਡ ਰਿਸਰਚ, ਨਾਟ ਓਨਲੀ ਰਿਸਰਚ ਬਟ ਪੀਅਰ ਰਿਵਿਊਡ ਰਿਸਰਚ ਹੈ ਜਿਹੜੀ ਉਹਨੂੰ ਪ੍ਰਮੋਟ ਕਰ ਰਹੀ ਹੈ ਇਹ ਪਾਲਿਸੀ। ਇਸ ਤੋਂ ਬਿਨਾਂ ਇਸ ਪਾਲਿਸੀ ਦੇ ਵਿੱਚ GER ਗ੍ਰੋਸ ਇਨਰੋਲਮੈਂਟ ਰੇਸ਼ੀਓ ਵਧਾਉਣ ਦੀ ਗੱਲ ਕੀਤੀ ਗਈ ਹੈ। ਜੇ ਅਸੀਂ 2019 ਤੱਕ ਦੇਖੀਏ ਤਾਂ ਡਾਟਾ ਕਹਿੰਦਾ ਹੈ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜੀ ਇਨਰੋਲਮੈਂਟ ਰੇਸ਼ੀਓ ਆ ਦੈਟ ਇਜ਼ ਓਨਲੀ 25%। ਮਤਲਬ ਸਾਡੀ ਇੰਡੀਆ ਦੀ ਟੋਟਲ ਪਾਪੂਲੇਸ਼ਨ ਦਾ 1/4 ਹਿੱਸਾ ਹੀ ਹਾਇਰ ਐਜੂਕੇਸ਼ਨ ਦੇ ਵਿੱਚ ਜਾ ਰਿਹਾ ਹੈ। ਸੋ ਅਸੀਂ ਜਿਹੜੇ ਇਸ ਗੂਗਲ ਮੀਟ ਦੇ ਵਿੱਚ ਤੇ ਜੁੜੇ ਹੋਏ ਹਾਂ, ਹੁਣ ਜਿਹੜੇ ਅਸੀਂ ਬੜੇ ਲੱਕੀ ਹਾਂ ਕਿ ਅਸੀਂ ਹਾਇਰ ਐਜੂਕੇਸ਼ਨ ਜਿੱਥੇ 1/4 ਹਿੱਸਾ ਹੀ ਮਤਲਬ ਸਿਰਫ 3/4 ਹਿੱਸਾ ਅਵੇਲ ਹੀ ਨਹੀਂ, ਅਸੈਸੀਬਲ ਹੀ ਨਹੀਂ ਹੈ ਉਹਨਾਂ ਨੂੰ, ਉਹ ਹਾਇਰ ਐਜੂਕੇਸ਼ਨ ਦੇ ਵਿੱਚ ਆ ਨਹੀਂ ਪਾਉਂਦਾ। ਸੋ ਅਸੀਂ ਹਾਇਰ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਆ, ਸੋ ਅਸੀਂ ਆਪਣੀ ਕੰਟਰੀ ਦੀ ਪ੍ਰੋਗਰੈਸ ਦੇ ਲਈ ਕੁਝ ਉਹਨੂੰ ਬਿਹਤਰ ਬਣਾਉਣ ਦੇ ਲਈ ਆਪਣੇ ਸਟੂਡੈਂਟਸ ਨੂੰ ਅਸੀਂ ਕੁਝ ਨਾ ਕੁਝ ਆਪਣਾ ਯੋਗਦਾਨ ਪਾ ਸਕਦੇ ਹਾਂ। ਸੋ ਗ੍ਰੋਸ ਇਨਰੋਲਮੈਂਟ ਰੇਸ਼ੀਓ ਹੈ, ਉਹਦਾ ਵਿਜ਼ਨ ਇਹ ਹੈਗਾ ਇਸ ਪਾਲਿਸੀ ਦੇ ਵਿੱਚ ਕਿ 2035 ਤੱਕ 2035 ਤੱਕ ਜਿਹੜੀ ਗ੍ਰੋਸ ਇਨਰੋਲਮੈਂਟ ਰੇਸ਼ੀਓ ਹਾਇਰ ਐਜੂਕੇਸ਼ਨ ਦੇ ਵਿੱਚ ਦੈਟ ਵਿਲ ਬੀ 50%। ਐਟ ਲੀਸਟ ਸਾਡੀ ਅੱਧੀ ਪਾਪੂਲੇਸ਼ਨ ਹੈ ਜਿਹੜੀ ਉਹ ਹਾਇਰ ਐਜੂਕੇਸ਼ਨ ਦੇ ਵਿੱਚ ਜਾ ਪਾਏਗੀ, ਹਾਇਰ ਐਜੂਕੇਸ਼ਨ ਐਕਵਾਇਰ ਕਰ ਪਾਏਗੀ। ਸੋ ਜਿਹੜਾ ਨੈਕਸਟ ਹੈਗਾ ਗਾ ਉਹਦੇ ਵਿੱਚ ਕਿਉਂਕਿ ਅਸੀਂ ਹੁਣ ਸਾਰੇ ਬੜੇ ਕਰੋਨਾ ਐਪੀਡੈਮਿਕ ਦੇ ਵਿੱਚ ਅਸੀਂ ਬੜੇ ਆਨਲਾਈਨ ਯੂਜ਼ ਟੂ ਹੋ ਗਿਆ ਕਲਾਸਿਸ ਦੇ ਲਈ, ਆਨਲਾਈਨ ਤੇ ODLs ਦੀ ਵੀ ਬੜੀ ਗੱਲ ਕੀਤੀ ਗਈ ਆ, ਓਪਨ ਐਂਡ ਡਿਸਟੈਂਸ ਲਰਨਿੰਗ ਦੀ, ਤਾਂ ਕਿ ਜਿਹੜੇ ਦੂਰ ਦਰਾਡੇ ਖੇਤਰ ਨੇ ਸਾਡੇ ਇੰਡੀਆ ਦੇ ਵਿੱਚ ਉੱਥੋਂ ਜਿਹੜੀ ਹੈਗੀ ਜਿਹੜੇ ਸਟੂਡੈਂਟਸ ਨੇ ਉਹ ਹਾਇਰ ਐਜੂਕੇਸ਼ਨ ਦੇ ਫੀਲਡ ਦੇ ਨਾਲ ਜੁੜ ਪਾਉਣ। ਇੱਕ ਹੋਰ ਜਿਹੜੀ ਪੋਜ਼ਿਟਿਵ ਪੁਆਇੰਟ ਇਹ ਹੈਗਾ ਕਿ ਗਵਰਨਮੈਂਟ ਇੰਸਟੀਚਿਊਟ ਦੇ ਵਿੱਚ ਵੀ ਜਿਹੜੀਆਂ ਬਦਲੀਆਂ ਨੇ ਉਹ ਬਹੁਤ ਘੱਟ ਹੋਣਗੀਆਂ, ਤਾਂ ਕਿ ਟੀਚਰਸ ਨੇ ਜਿਹੜੇ ਸਟੂਡੈਂਟਸ ਨੇ ਉਹ ਕਮਿਟਡ ਹੋ ਸਕਣ ਆਪਣੇ ਇੰਸਟੀਚਿਊਟ ਦੇ ਪ੍ਰਤੀ। ਸੋ ਉਹ ਕਮਿਟਮੈਂਟ ਵਾਸਤੇ ਪਰ ਇਹ ਸਾਰੀਆਂ ਜਿਹੜੀਆਂ ਡਿਟੇਲ ਦੇ ਵਿੱਚ ਡਾਕਟਰ ਭੁਪਿੰਦਰ ਦੱਸਣਗੇ, ਇਹ ਸਾਰੀਆਂ ਜਿਹੜੀਆਂ ਇਹਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ ਨੇ ਇਹ ਸਾਡੇ ਟੀਚਰਸ ਦੇ ਪੋਜ਼ਿਟਿਵ ਐਟੀਟਿਊਡ ਦੇ ਕਰਕੇ ਹੀ ਜਿਹੜੀਆਂ ਪ੍ਰੈਕਟੀਕੇਬਲ ਹੋਣਗੀਆਂ। ਪ੍ਰੈਕਟੀਕਲੀ ਅਸੀਂ ਇਹਨਾਂ ਨੂੰ ਤਾਂ ਹੀ ਪੋਸੀਬਲ ਨੇ ਜੇ ਟੀਚਰ ਦਾ ਐਟੀਟਿਊਡ ਆ ਜਿਹੜਾ ਉਹ ਪੋਜ਼ਿਟਿਵ ਹੋਵੇਗਾ। ਬੇਸ਼ੱਕ ਪਾਲਿਸੀਜ਼ ਬਣਾਉਣ ਲੱਗੇ ਬੜਾ ਡਾਟਾ ਕਲੈਕਸ਼ਨ ਹੁੰਦੀ ਆ, ਐਨਾਲਾਈਜ਼ ਕੀਤਾ ਜਾਂਦਾ, ਫਿਰ ਪ੍ਰਿੰਸੀਪਲਸ ਬਣਦੇ ਨੇ, ਰੀਸਟਰਕਚਰਿੰਗ ਕੀਤੀ ਜਾਂਦੀ ਆ, ਰਿਫਾਰਮਸ ਹੁੰਦੀਆਂ ਨੇ, ਬਟ ਜਿਹੜੀਆਂ ਗਰਾਊਂਡ ਰਿਐਲਿਟੀਜ਼ ਨੇ ਕਿਉਂਕਿ ਟੀਚਰ ਗਰਾਊਂਡ ਰਿਐਲਿਟੀਜ਼ ਨਾਲ ਡੀਲ ਕਰਦਾ ਤਾਂ ਜਿਹੜੀਆਂ ਗਰਾਊਂਡ ਰਿਐਲਿਟੀਜ਼ ਨੇ ਉਹ ਪੋਸੀਬਲ ਵੀ ਟੀਚਰ ਦੇ ਸਹਿਯੋਗ ਦੇ ਨਾਲ ਹੀ ਹੋ ਸਕਦੀਆਂ ਨੇ। ਸੋ ਟੀਚਰ ਨੇ ਚੇਂਜ ਦੇ ਲਈ, ਟੀਚਰ ਨੇ ਡਿਵੈਲਪਮੈਂਟ ਦੇ ਲਈ ਆਪਣਾ ਐਟੀਟਿਊਡ ਪੋਜ਼ਿਟਿਵ ਰੱਖਣਾ ਬੜਾ ਕੰਪਲੈਕਸ ਫੈਬਰਿਕ ਹੈ ਸਾਡੇ ਐਜੂਕੇਸ਼ਨ ਸਿਸਟਮ ਦਾ, ਸਾਡੇ ਟੀਚਿੰਗ ਲਰਨਿੰਗ ਪ੍ਰੋਸੈਸ ਦਾ, ਜਿਹਦੇ ਵਿੱਚ ਐਮਪਲੋਇਰਸ ਵੀ ਨੇ, ਐਮਪਲੋਈਜ਼ ਵੀ ਨੇ, ਪੇਰੈਂਟਸ ਵੀ ਨੇ, students ਵੀ ਨੇ। So it is identified to
find out the relations, ਅਸੀਂ ਮਤਲਬ it is important ਅਸੀਂ ਰਿਲੇਸ਼ਨਸ ਨੂੰ ਆਇਡੈਂਟੀਫਾਈ ਕਰੀਏ। ਕਈ ਰਿਲੇਸ਼ਨ ਸਾਨੂੰ ਜਦੋਂ ਅਸੀਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਹੁੰਦੇ ਆ ਕੰਪਲੀਮੈਂਟਰੀ ਲੱਗਦੇ ਹੁੰਦੇ ਨੇ, ਬਟ ਉਹ ਸਪਲੀਮੈਂਟਰੀ ਹੁੰਦੇ ਨੇ। ਐਂਡ ਜੇ ਕੰਪਲੀਮੈਂਟਰੀ ਵੀ ਹਨ, ਈਵਨ ਦੈਨ ਦੇ ਆਰ ਵੈਰੀ ਬਿਊਟੀਫੁਲ। ਜਿਵੇਂ ਡੇ ਐਂਡ ਨਾਈਟ ਆਰ ਕੰਪਲੀਮੈਂਟਰੀ, ਜਾਂ ਅਸੀਂ ਕਹਿ ਸਕਦੇ ਆਂਗੇ ਕਿ ਮੇਲ ਐਂਡ ਫੀਮੇਲ ਆਰ ਕੰਪਲੀਮੈਂਟਰੀ, ਟੀਚਰ ਐਂਡ ਸਟੂਡੈਂਟਸ ਆਰ ਕੰਪਲੀਮੈਂਟਰੀ ਐਜ਼ ਵੈਲ ਐਜ਼ ਸਪਲੀਮੈਂਟਰੀ, even employer and employees are complementary as well as supplementary to each other. So ਅਸੀਂ ਇੱਕ positive attitude ਦੇ ਨਾਲ let us welcome the novel ideas, the new beginnings in new education policy 2020। ਆਸ ਕਰੀਏ ਕਿ ਜੋ ਇਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਪ੍ਰੋਵੀਜ਼ਨ ਨੇ ਉਹ ਬਿਹਤਰ ਹੋਣਗੇ, ਤੇ ਸਟੂਡੈਂਟਸ ਨੂੰ ਵੀ ਆਸ ਦਿਵਾਈਏ ਕਿ ਜਿਹੜਾ ਫਿਊਚਰ ਹੈਗਾ ਸਾਡਾ ਸਾਡੇ ਐਜੂਕੇਸ਼ਨ ਸਿਸਟਮ ਦਾ ਬਹੁਤ ਵਧੀਆ ਹੋਏਗਾ। ਸੋ ਆਪ ਸਭ ਦਾ ਇਸ ਮੀਟ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਬਹੁਤ ਬਹੁਤ ਧੰਨਵਾਦ। ਓਵਰ ਟੂ ਮੈਡਮ ਭੁਪਿੰਦਰ। थैंक यू मैम। मैम ने सानू बहुत ही अच्छी जानकारी दी है। ਅਸੀਂ ਅੱਜ ਉਸ ਮਕਸਦ ਵੱਲ ਚੱਲ ਰਹੇ ਹਾਂ ਜੋ ਸਾਡਾ ਇਸ ਵੈਬਿਨਾਰ ਕੰਡਕਟ ਕਰਨ ਲਈ ਸੀਗਾ। ਸੋ ਲੈਟਸ ਮੂਵ ਆਵਰ ਓਨ ਆਬਜੈਕਟਿਵ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਉन्नत ਭਾਰਤ ਅਭਿਆਨ, NSS, NCC ਤਿੰਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਅਸੀਂ ਆਪਣੇ ਵਲੰਟੀਅਰ ਤਿਆਰ ਕਰਨੇ ਨੇ। ਉਹ ਵਲੰਟੀਅਰਸ ਨੇ ਅੱਗੇ ਅਵੇਅਰਨੈਸ ਕ੍ਰੀਏਟ ਕਰਨੀ ਹੈ। ਲੇਕਿਨ ਐਜ਼ ਅ ਟੀਚਰ ਔਰ ਸਟੂਡੈਂਟ ਸਾਨੂੰ ਇਸ ਪਾਲਿਸੀ ਦੀ ਹਰੇਕ ਪਹਿਲੂ ਦੀ ਜਾਣਕਾਰੀ ਹੋਣੀ ਜ਼ਰੂਰੀ ਆ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅਸੀਂ ਇਸ ਪਾਲਿਸੀ ਦਾ ਸੋਰਸ ਕਿੱਥੋਂ ਲੈਣਾ। ਸਾਡੇ ਲਈ ਇਸ ਲਈ ਹੈਗੀ ਹੈ MHRD government.in ਦੇ ਨਾਲ ਨਿਊ ਐਜੂਕੇਸ਼ਨ ਪਾਲਿਸੀ NEP-new। ਇਸ ਦੇ ਉੱਤੇ ਹੋਮ ਸਕਰੀਨ ਦੇ ਉੱਤੇ ਲੇਟੈਸਟ ਜੋ ਜਾਣਕਾਰੀ ਹੈ ਉਹ ਸਾਡੇ ਕੋਲ ਸ਼ਾਮਿਲ ਹੁੰਦੀ ਹੈ। ਪਲੱਸ sorry, it's a technical problem. Now again going on our site. ਸਾਡਾ ਇਸ ਵੈਬਿਨਾਰ ਕੰਡਕਟ ਕਰਨ ਦਾ ਮੇਨ ਮਕਸਦ ਕੀ ਹੈ? ਅਸੀਂ ਆਪਣਾ ਰੋਲ ਸਮਝਣਾ ਐਜ਼ ਅ ਵੋਲੰਟੀਅਰ। ਟੀਚਰ ਵੀ ਇਸ ਦੇ ਵੋਲੰਟੀਅਰ ਦਾ ਕੰਮ ਕਰਨਗੇ, ਸਟੂਡੈਂਟਸ ਵੀ ਆਪਣਾ ਵੋਲੰਟੀਅਰ ਦਾ ਕੰਮ ਕਰਨਗੇ। ਜਿਸ ਜਗ੍ਹਾ ਤੇ ਅਸੀਂ ਰਹਿੰਦੇ ਹਾਂ, ਆਪਣੇ 5 ਸਟੂਡੈਂਟਸ ਨੂੰ ਅਸੀਂ ਐਜੂਕੇਸ਼ਨ ਪਾਲਿਸੀ ਬਾਰੇ ਅਵੇਅਰ ਕਰਨਾ। ਇਸ ਪਾਲਿਸੀ ਦੇ ਵਿੱਚ ਰਿਸੋਰਸ ਮਟੀਰੀਅਲ ਇੰਨਾ ਲੰਬਾ ਹੈ 66 pages and it also given in Hindi and other languages। ਤੇ ਸਾਨੂੰ ਸਭ ਤੋਂ ਪਹਿਲਾਂ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਹਦੇ ਨਾਲ ਲੇਟੈਸਟ ਰਿਸੋਰਸ ਕਿੱਥੇ ਅਵੇਲੇਬਲ ਹੈ। So I go to that site. Is it visible to all? No. Anyone tell me, is it visible to new education policy government site? There is in relevant documents, National Education Policy 2020, and there is another draft in various languages, near about 27 languages PDF are given here. So I think ਸਾਨੂੰ ਹੁਣ ਆਪਣਾ ਰੋਲ ਪਤਾ ਚੱਲ ਗਿਆ ਹੋਣਾ। ਸਭ ਤੋਂ ਪਹਿਲਾ ਕੰਮ ਅਸੀਂ ਆਪਣਾ ਰੋਲ ਪਲੇ ਕਰਨਾ ਐਜ਼ ਅ ਵਲੰਟੀਅਰ। ਜਿਵੇਂ ਕਿ ਮੈਮ ਨੇ ਦੱਸਿਆ, ਸੈਕੰਡਰੀ ਵੈਬ ਰਿਸੋਰਸਿਸ ਯੂ ਆਰ ਟੇਕਿੰਗ ਫਰੋਮ ਗਵਰਨਮੈਂਟ ਸਾਈਟ। ਜਿਵੇਂ ਕਿ ਮੈਮ ਨੇ ਦੱਸਿਆ ਇਸ ਪਾਲਿਸੀ ਕਿ 2020 ਦੇ ਵਿੱਚ ਲਾਗੂ ਹੋਈ ਹੈ, ਬਟ ਹਿਸਟੋਰੀਕਲੀ ਸਭ ਤੋਂ ਪਹਿਲੀ ਪਾਲਿਸੀ ਦਾ ਜਿਹੜਾ ਖਰੜਾ ਤਿਆਰ ਹੋਇਆ ਸੀ 1986 ਵਿੱਚ ਹੋਇਆ ਸੀ, ਜੋ ਕਿ ਵੈਲ ਫਿਨਿਸ਼ਡ ਨਹੀਂ ਸੀ। ਉਸਨੂੰ 1992 ਵਿੱਚ ਮੋਡੀਫਾਈ ਕੀਤਾ ਗਿਆ। ਦੈਨ 2015 ਵਿੱਚ ਸੁਬਰਮਨੀਅਮ ਸਰ ਦੇ ਅੰਡਰ ਕਮੇਟੀ ਬਣਾਈ ਗਈ, ਜਿਸ ਨੇ ਰਿਪੋਰਟ 2016 ਵਿੱਚ ਸਬਮਿਟ ਕੀਤੀ। ਉਸ ਤੋਂ ਬਾਅਦ ਡਾਕਟਰ ਕੇ ਕਸਤੂਰੀ ਰੰਗਨ, ਐਕਸ ਚੇਅਰਮੈਨ ਆਫ ਇਸਰੋ, ਉਹਨਾਂ ਨੇ ਆਪਣੀ ਰਿਪੋਰਟ 31 ਮਈ 2019 ਵਿੱਚ ਸਬਮਿਟ ਕੀਤੀ, ਜਿਸ ਦੇ ਬੇਸਿਸ ਤੇ ਨਿਊ ਐਜੂਕੇਸ਼ਨ ਪਾਲਿਸੀ 2020 ਲਾਗੂ ਹੋਈ ਹੈ। ਇਹ ਨੇਮ ਕੀ ਹੈ? ਨੈਸ਼ਨਲ ਐਜੂਕੇਸ਼ਨ ਪਾਲਿਸੀ ਇਜ਼ ਹੋਲਿਸਟਿਕ, ਫਿਊਚਰਿਸਟਿਕ, flexible for highly value-based quality higher education. Holistic means sampurn, futuristic means
ਐਡਵਾਂਸ ਫਲੈਕਸੀਬਲ ਹਾਇਰ ਐਜੂਕੇਸ਼ਨ ਦੇ ਵਿੱਚ ਕੀ ਸੀਗਾ ਮੈਮ ਨੇ ਦੱਸਿਆ ਕਿ ਇੱਕ ਵਾਰ ਇੱਕ ਬੱਚਾ ਕਲਾਸ ਛੱਡ ਕੇ ਚਲਾ ਜਾਂਦਾ ਤਾਂ ਦੁਬਾਰਾ ਉਸ ਕਲਾਸ 'ਚ ਐਂਟਰੀ ਨਹੀਂ ਮਿਲਦੀ ਲੇਕਿਨ ਹੁਣ ਇੱਕ ਕ੍ਰੈਡਿਟ ਬੈਂਕ ਦੀ ਸਥਾਪਨਾ ਕੀਤੀ ਗਈ ਹੈ ਐਜੂਕੇਸ਼ਨ ਕ੍ਰੈਡਿਟ ਬੈਂਕ ਜੋ ਤੁਹਾਡਾ ਕ੍ਰੈਡਿਟ ਉਸ ਕੋਰਸ ਤੋਂ ਆਊਗਾ ਆਟੋਮੈਟਿਕਲੀ ਸ਼ਿਫਟਡ ਟੂ ਯੋਰ ਅਕਾਊਂਟ ਤਾਂ ਜਦੋਂ ਤੁਸੀਂ ਪੜ੍ਹਾਈ ਛੱਡ ਕੇ ਜਾਓਗੇ ਤੁਹਾਨੂੰ ਆਪਣੇ ਕ੍ਰੈਡਿਟ ਬੈਂਕ ਦੇ ਵਿੱਚ ਉਸੇ ਕ੍ਰੈਡਿਟ ਮਿਲ ਜਾਣਗੇ ਨੈਕਸਟ ਟਾਈਮ ਸਟਾਰਟ ਕਰੋਗੇ ਉਸੇ ਕ੍ਰੈਡਿਟ ਬੈਂਕ ਦੇ ਬੇਸਿਸ ਤੇ ਤੁਸੀਂ ਆਪਣੀ ਅਗਲੀ ਐਜੂਕੇਸ਼ਨ ਨੂੰ ਸਟਾਰਟ ਕਰ ਸਕਦੇ ਹੋ ਇਸ ਨਾਲ ਇਕੁਅਲ ਈਜ਼ੀਲੀ ਅਫੋਰਡੇਬਲ ਐਜੂਕੇਸ਼ਨ ਪ੍ਰਮੋਟ ਹੋਊਗੀ ਅਸੈਸ ਕਰਨੀ ਵੀ ਈਜ਼ੀ ਹੋਊਗੀ ਇਸ ਨਾਲ ਏਮ ਕੀ ਹੈ ਕਿ ਹਰੇਕ ਵਿਅਕਤੀ ਦਾ ਵੈਲ ਰਾਊਂਡ ਹਿਊਮੈਨਿਟੀ ਵੈਲਿਊਜ਼ ਜੋ ਸਾਡੇ ਪੁਰਾਣੇ ਕਲਚਰ 'ਚ ਆ ਰਹੀਆਂ ਨੇ ਕਿ ਅਸੀਂ ਆਪਣੀਆਂ ਐਥਿਕਸ ਖੋ ਰਹੇ ਹਾਂ ਡੇ ਬਾਏ ਡੇ ਉਹਨਾਂ ਨੂੰ ਦੁਬਾਰਾ ਰੀਗੇਨ ਕਰਾਂਗੇ ਸਪਿਰਿਚੁਅਲ ਆਪਣੀ ਡਿਵੈਲਪਮੈਂਟ ਕਰਾਂਗੇ ਆਪਣਾ ਸਾਇੰਟਿਫਿਕ ਥਿੰਕਿੰਗ ਨੂੰ ਡਿਵੈਲਪ ਕਰਾਂਗੇ ਇਹ ਸਾਰੇ ਏਮਸ ਨੇ ਬਾਈ ਦਿਸ ਨਿਊ ਐਜੂਕੇਸ਼ਨ ਪਾਲਿਸੀ ਇਸ ਪਾਲਿਸੀ ਨੂੰ ਬਣਾਉਣ ਲਈ 2015 ਦੇ ਵਿੱਚ ਸੁਜੈਸ਼ਨਸ ਲੈ ਗਏ ਸੀ ਨੀਅਰਲੀ 2.5 ਲੱਖ ਗ੍ਰਾਮ ਪੰਚਾਇਤਾਂ ਨੇ 600 ਬਲਾਕਸ 676 ਡਿਸਟ੍ਰਿਕਟਸ ਨੇ ਪਾਰਟਿਸਿਪੇਟ ਕੀਤਾ ਜਿਸ ਦੇ ਬੇਸ ਤੇ ਸਮਰੀ ਬਣੀ ਹੈਗੀ ਜੋ ਕਿ ਮੈਂ ਹੁਣੀ ਤੁਹਾਨੂੰ ਡਰਾਫਟ ਦਿਖਾਣੀ ਹੈਗੀ ਇਹ ਸਾਡੀ ਐਜੂਕੇਸ਼ਨ ਦਾ 66 ਪੇजेस ਦਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ 66 ਪੇजेस ਦਾ ਡਰਾਫਟ ਹੈ ਜਿਹਦੇ ਵਿੱਚ 27 ਪੁਆਇੰਟਸ ਨੇ 27 ਪੁਆਇੰਟਸ ਦੇ ਵਿੱਚ ਸਭ ਤੋਂ ਪਹਿਲਾਂ ਹੈਗੀ ਹੈ ਸਕੂਲ ਐਜੂਕੇਸ਼ਨ ਦੈਨ ਹਾਇਰ ਐਜੂਕੇਸ਼ਨ ਅਦਰ ਏਰੀਆਜ਼ ਕਵਰ ਕੀਤੇ ਗਏ ਨੇ ਇਹਨੂੰ ਫਾਈਨੈਂਸ਼ਲੀ ਤੇ ਟੈਕਨੀਕਲੀ ਕਿਵੇਂ ਇਸਟੈਬਲਿਸ਼ ਕਰਨਾ ਫੋਰਥ ਪਾਰਟ ਐਡ ਹੌਕ ਤੇ ਗੈਸਟ ਫੈਕਲਟੀ ਟੋਟਲੀ ਬੰਦ ਕੀਤੀ ਜਾਊਗੀ ਜਿਹੜੀ ਕਿ 2030 ਤੱਕ ਕਰ ਦਿੱਤਾ ਜਾਊਗਾ ਮੈਮ ਨੇ ਦੱਸਿਆ ਸੀ ਮਲਟੀਪਲ ਐਂਟਰੀ ਐਗਜ਼ਿਟ ਤੇ ਯੂਜੀ ਪ੍ਰੋਗਰਾਮ 3 ਤੋਂ 4 ਸਾਲ ਦਾ ਜਿਸ ਬੰਦੇ ਨੇ ਫਰਸਟ ਈਅਰ ਕੀਤਾ they get certificate after 2 years diploma after 3 years they get a certificate of bachelor degree ਅਗਰ ਉਹ 1 ਸਾਲ ਲਈ ਰਿਸਰਚ ਕੰਟੀਨਿਊ ਕਰਦਾ ਤਾਂ ਉਸ ਬੈਚਲਰ ਡਿਗਰੀ ਨੂੰ 4 ਈਅਰ ਡਿਗਰੀ ਨੂੰ ਆਨਰਸ ਦਾ ਦਰਜਾ ਦਿੱਤਾ ਜਾਊਗਾ ਜਿਸ ਕੋਲੇ ਆਨਰਸ ਦਾ ਦਰਜਾ ਹੋਊਗਾ ਉਹ ਐਮਐਸ ਜਾਂ ਐਮਐਸਸੀ ਲਈ ਸਿਰਫ 1 ਸਾਲ ਲਗਾਊਗਾ ਜਿਸਨੇ ਅੰਡਰ ਗ੍ਰੈਜੂਏਟ ਈਅਰ ਦੇ ਵਿੱਚ 4 ਸਾਲ ਲਗਾਏ ਨੇ ਐਮਐਸਸੀ ਲਈ 1 ਸਾਲ ਜਿਹਨੇ 3 ਸਾਲ ਲਗਾਏ ਨੇ that cover 2 years in PG program ਜਿਸ ਕੋਲ ਆਨਰਸ ਡਿਗਰੀ ਹੋਊਗੀ ਉਹ ਐਲੀਜੀਬਲ ਹੋਊਗਾ PhD ਕਰਨ ਦੀ all credits again transferred to your academic bank of credits ਹੁਣ ਤੱਕ ਸਾਡੇ ਕੋਲ ਹਾਇਰ ਐਜੂਕੇਸ਼ਨ ਦੇ ਵਿੱਚ 25% ਪਾਪੂਲੇਸ਼ਨ ਇਨਰੋਲਡ ਹੈ ਬਟ 2035 ਤੱਕ ਇਹ ਟੀਚਾ 50% ਦਾ ਮਿੱਥਿਆ ਗਿਆ ਹੈ ਇਹ ਉਦੋਂ ਹੀ ਸੰਭਵ ਹੈ ਜਦੋਂ open learning distance education through online modes blended learning ਅਸੀਂ ਆਪਣੇ curriculum ਚ ਸ਼ਾਮਿਲ ਕਰਾਂਗੇ ਸੋ ਇਹ ਸਾਰੀਆਂ ਟਰਮਸ ਨੂੰ ਇਸ ਲਈ ਸ਼ਾਮਿਲ ਕੀਤਾ ਗਿਆ ਕਿ we want to achieve 50% gross enrollment next higher education ਦੇ ਨਾਲ vocational education ਨੂੰ higher education institute ਨਾਲ ਜੋੜਿਆ ਜਾਊਗਾ ਉਹਨਾਂ ਦਾ curriculum ਦੁਬਾਰਾ ਚੇਂਜ ਕਰਿਆ ਜਾਊਗਾ ਜਿਹੜੀਆਂ ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਬਣੀਆਂ ਹੋਈਆਂ ਨੇ law ਟੈਕਨੀਕਲ ਉਹਨਾਂ ਨੂੰ ਬੰਦ ਕਰਕੇ ਬੋਰਡ ਬਣੂਗਾ ਜਿਸ ਬੋਰਡ ਨੇ ਸਾਰੀਆਂ ਨੂੰ ਗਾਈਡਲਾਈਨਸ ਇੱਕੋ ਜਿਹੀਆਂ ਪ੍ਰੋਵਾਈਡ ਕਰਨੀਆਂ ਕੋਈ ਵੀ ਸਟੂਡੈਂਟ ਹਾਰਡ ਸਬਜੈਕਟ ਵੀ ਲੈ ਸਕਦਾ ਸੌਫਟ ਸਬਜੈਕਟ ਵੀ ਲਾਈਕ ਸਾਇੰਸ ਵਿਦ ਆਰਟਸ ਸਾਇੰਸ ਵਿਦ ਮਿਊਜ਼ਿਕ ਇਦਾਂ ਦਾ ਕਿਸੇ ਸਟੂਡੈਂਟ ਤੇ ਕੋਈ ਦਬਾਅ ਨਹੀਂ ਆਊਗਾ ਕਿ ਸਿਰਫ ਇਹੀ 3 ਸਬਜੈਕਟ ਪੜ੍ਹਨੇ ਨੇ ਜੋ ਉਹਦੀ ਲਾਈਕ ਹੈ ਕਿ ਇਹ ਮੈਂ ਸਬਜੈਕਟ ਕਰਨਾ ਹੈ ਨਹੀਂ ਕਰਨਾ ਬਟ ਇਹਦੇ ਵਿੱਚ ਪ੍ਰੈਕਟੀਕਲੀ ਉਸਨੂੰ ਜ਼ਿਆਦਾ ਸਿਖਾਇਆ ਜਾਊਗਾ ਬਿਕੋਜ਼ ਅੱਜ ਤੱਕ ਅਸੀਂ ਦੇਖਿਆ ਕਿ ਫਿਜ਼ਿਕਸ ਸਟੂਡੈਂਟ ਕਰ ਜਾਂਦੇ ਨੇ ਬਟ ਉਹ ਆਪਦੇ ਘਰ ਵੀ ਇੱਕ ਸਿੰਗਲ ਵਾਇਰ ਵੀ ਸੈੱਟ ਨਹੀਂ ਕਰ ਸਕਦੀ ਬਿਕੋਜ਼ ਉਹਨਾਂ ਨੂੰ ਪ੍ਰੈਕਟੀਕਲੀ ਉਨੀ ਨੌਲੇਜ ਨਹੀਂ ਹੁੰਦੀ ਲੇਕਿਨ ਹੁਣ ਕਰਿਕੂਲਮ ਦੇ ਵਿੱਚ ਪ੍ਰੈਕਟੀਕਲ ਨੌਲੇਜ ਨੂੰ ਜ਼ਿਆਦਾ ਸਟ੍ਰੈਸ ਦਿੱਤੀ ਜਾ ਰਹੀ ਹੈ ਇਸੇ ਲਈ ਨਵੇਂ ਕੋਰਸਿਸ ਸ਼ਾਰਟ ਟਰਮ ਸਰਟੀਫਿਕੇਟ ਕੋਰਸਿਸ ਆਰਗੇਨਾਈਜ਼ ਕੀਤੇ ਜਾਣਗੇ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਚੱਲ ਰਹੇ ਵਿਸ਼ੇ ਨੇ ਜਿਵੇਂ ਬਿਗ ਡੇਟਾ ਆਰਟੀਫਿਸ਼ੀਅਲ ਇੰਟੈਲੀਜੈਂਸ ਡੇਟਾ ਸਾਇੰਸ ਟੈਕਨੀਕਲੀ ਨਵੇਂ ਆ ਰਹੇ ਨੇ ਇਸ ਲਈ ਇਹਨਾਂ ਨੂੰ ਇੰਪਰੂਵ ਕਰਨ ਲਈ ਸਿੱਖਿਆ ਨੇ ਨੀਤੀ ਬਣਾਈ ਗਈ ਹੈ ਜਿਸ ਦੇ ਵਿੱਚ ਸ਼ਾਰਟ ਟਰਮ ਕੋਰਸਿਸ ਸ਼ਾਰਟ ਟਰਮ ਸਰਟੀਫਿਕੇਟਸ ਇਨਕਲੂਡ ਕੀਤੇ ਗਏ ਇੰਟਰਨਸ਼ਿਪ ਜਿਹੜਾ ਕਿ ਇੱਕ ਪੁਆਇੰਟ ਰਹਿ ਜਾਂਦਾ ਕਿ ਆਫਟਰ ਡਿਗਰੀ ਤੁਸੀਂ ਕਰ ਸਕਦੇ ਹੋ ਨਵੀਂ ਸਿੱਖਿਆ ਨੀਤੀ ਵਿੱਚ ਇੰਟਰਨਸ਼ਿਪ ਸਟੱਡੀ ਦੇ ਨਾਲ ਚੱਲੂਗੀ ਇਹ ਤੁਸੀਂ
ਅਸੀਂ ਗੱਲ ਕਰ ਰਹੇ ਸੀ ਟੀਚਰਸ ਦੀ ਜਿਹੜੀ ਸਿਲੈਕਸ਼ਨ ਹੋਣੀ ਹੈ ਪਰਮਾਨੈਂਟ ਹੋਣੀ ਹੈ, ਲੇਕਿਨ ਇਸ ਦੀ ਸਿਲੈਕਸ਼ਨ ਦਾ ਪ੍ਰੋਸੀਜਰ ਪਹਿਲਾਂ ਨਾਲੋਂ ਰਿਫਾਈਨ ਹੋਊਗਾ। ਟੀਚਰਸ ਨੂੰ ਟਾਈਮ ਟੂ ਟਾਈਮ ਹਾਇਰ ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਆਪਣੇ ਜਾਂ ਕਿਸੇ ਨੈਸ਼ਨਲ ਲੈਵਲ ਤੇ ਕਿਸੇ ਵੀ ਇੰਸਟੀਚਿਊਟ ਵਿੱਚ ਟ੍ਰੇਨਿੰਗ ਦਿੱਤੀ ਜਾਊਗੀ। ਉਹਨਾਂ ਦੇ ਵੇਰੀਅਸ ਗੁਣਾਂ ਨੂੰ ਚੈੱਕ ਕਰਕੇ ਫਿਰ ਉਹਨਾਂ ਦੀ ਅਪਾਇੰਟਮੈਂਟ ਹੋਊਗੀ। ਨਾਲ ਹੀ ਅਪਾਇੰਟਮੈਂਟ ਵੇਲੇ ਇਵੈਲੂਏਸ਼ਨ ਵੇਲੇ ਦੇਖਿਆ ਜਾਊ, ਪ੍ਰਮੋਸ਼ਨ ਵੇਲੇ ਕਿ ਇਸਨੇ ਸਟੱਡੀ ਤੋਂ ਇਲਾਵਾ ਹੋਰ ਕਿਹੜੇ ਸੋਸ਼ਲ ਕੰਮ ਕੀਤੇ। ਸੋ ਇਟ ਇਜ਼ ਨਾਟ ਅ ਸਿੰਗਲ ਸਿਲੈਕਸ਼ਨ ਕਿ ਅਕੈਡਮਿਕਸ ਨੂੰ ਹੀ ਦੇਖ ਕੇ ਹੁਣ ਤੱਕ ਇਹੀ ਸੀਗਾ ਕਿ ਜੋ ਅਕੈਡਮਿਕਸ ਨੰਬਰ ਸੀਗੇ ਉਹਨਾਂ ਨੂੰ ਦੇਖ ਕੇ ਪ੍ਰਮੋਸ਼ਨ ਮਿਲਦੀ ਸੀ। ਨੋ, ਹੁਣ ਬਹੁਤ ਸਾਰੇ ਪੱਖ ਟੀਚਰਸ ਦੀ ਜੋ ਸਿਲੈਕਸ਼ਨ ਜਾਂ ਪ੍ਰਮੋਸ਼ਨ ਦਾ that is tough procedure, ਬਟ ਇਸ ਦੇ ਨਾਲ ਟੀਚਰਸ ਨੂੰ ਇੱਕ ਆਜ਼ਾਦੀ ਦਿੱਤੀ ਜਾਊਗੀ। ਉਹ ਆਪਣੇ ਬੇਸਿਸ ਤੇ ਕਰਿਕੂਲਮ ਡਿਜ਼ਾਈਨ ਕਰ ਸਕਦੇ ਨੇ। ਜੇ ਉਹਨਾਂ ਦਾ ਮਨ ਕਿਸੇ ਸਾਈਟ ਤੇ ਲਿਜਾ ਕੇ ਪੜ੍ਹਾਉਣ ਦਾ ਬੱਚਿਆਂ ਨੂੰ, ਤਾਂ ਉੱਥੇ ਵੀ ਪੜ੍ਹਾ ਸਕਦੇ ਨੇ। ਸੋ ਜੋ ਤਰੀਕਾ ਯੂਜ਼ ਕਰ ਸਕਦੇ ਨੇ ਉਸ ਤਰੀਕੇ ਨਾਲ ਉਹਨਾਂ ਨੂੰ ਪੜ੍ਹਾਉਣ ਦੀ ਪਰਮਿਸ਼ਨ ਮਿਲੇ। ਇਹ ਸਭ ਕੁਝ ਸਾਡੀ ਦੋ ਪੁਰਾਣੀਆਂ ਤਕਸ਼ਿਲਾ ਨਾਲੰਦਾ ਯੂਨੀਵਰਸਿਟੀ ਦੇ ਬੇਸ ਤੇ ਬਣਾਈ ਪਾਲਿਸੀ ਹੈਗੀ, ਕਿਉਂਕਿ ਉਸ ਟਾਈਮ ਆਰਿਆ ਭੱਟ, ਚਾਣਕਿਆ, ਅਸੀਂ ਇਹੋ ਜਿਹੇ ਨਾਮ ਸੁਣੇ ਨੇ ਜਿਨ੍ਹਾਂ ਦਾ ਅੱਜ ਵੀ ਮੈਥ, ਸਾਇੰਸ, ਇਕਨੋਮਿਕਸ ਦੇ ਵਿੱਚ ਯੋਗਦਾਨ ਰਿਹਾ। ਈਵਨ ਕਿ ਸਾਡੀ ਪੁਰਾਣੀ ਮੈਡੀਕਲ ਸਾਇੰਸ ਅੱਜ ਦੀ ਮੈਡੀਕਲ ਸਾਇੰਸ ਨਾਲੋਂ ਵੀ ਬੈਟਰ ਹੈ। ਸੋ ਉਸ ਪ੍ਰਾਚੀਨ ਸਿਸਟਮ ਨੂੰ ਇਨਕਰੇਜ ਕਰਕੇ ਦੁਬਾਰਾ ਉਸੇ ਫਾਰਮ 'ਚ ਇੰਡੀਆ ਵਾਪਸ ਆਉਣਾ ਚਾਹੁੰਦਾ। ਉਹੀ ਆਪਣੀ ਪਾਲਿਸੀਜ਼ ਨੂੰ ਲਾਗੂ ਕਰਕੇ ਕਿ ਸਾਡਾ ਸਪਿਰਿਚੁਅਲ ਵਿਕਾਸ ਹੋਵੇ, ਮੈਂਟਲੀ ਅਸੀਂ ਫਰੈਸ਼ ਆਈਡੀਆਜ਼ ਸੋਚ ਸਕਦੇ ਹੋਈਏ। ਤੇ ਇਸ ਨਾਲ ਸਾਨੂੰ ਪੁਰਾਣੀਆਂ ਜਿਹੜੀਆਂ ਅਲੋਪ ਹੋ ਰਹੀਆਂ ਸਾਡੀਆਂ ਆਰਟਸ ਨੇ, ਉਹਨਾਂ ਲਈ ਨਵੀਂ ਯੂਨੀਵਰਸਿਟੀ, ਨਵੇਂ ਇੰਸਟੀਚਿਊਟ ਦਾ ਇਸਟੈਬਲਿਸ਼ ਕੀਤਾ ਜਾ ਰਿਹਾ ਹੈਗਾ। ਸਿਮਿਲਰਲੀ ਇੰਡੀਅਨ ਇੰਸਟੀਚਿਊਟ ਆਫ ਟ੍ਰਾਂਸਲੇਸ਼ਨ ਐਂਡ ਇੰਟਰਪ੍ਰੀਟੇਸ਼ਨ ਭਾਸ਼ਾਵਾਂ ਲਈ ਬਣਾਇਆ ਜਾ ਰਿਹਾ। ਸੋ ਸਾਰੇ ਇਸ ਪਾਲਿਸੀ ਦੇ ਵਿੱਚ ਤੁਹਾਡੀਆਂ ਰੀਜਨਲ ਲੈਂਗੁਏਜ ਦੇ ਉੱਪਰ ਫੋਕਸ ਕੀਤਾ ਜਾ ਰਿਹਾ ਤੇ ਬੱਚਿਆਂ ਨੂੰ ਰੀਜਨਲ ਲੈਂਗੁਏਜ ਪੜ੍ਹਾਉਣ ਲਈ ਹੀ ਸਟ੍ਰੈਸ ਦਿੱਤਾ ਗਿਆ ਹੈ। ਕਿਉਂਕਿ ਹੁਣ ਤੱਕ ਇਹ ਸੀਗਾ, ਇੱਕ ਐਗਜ਼ਾਮਪਲ ਹੈ ਕਿ ਟੇਬਲਸ ਇੰਗਲਿਸ਼ ਯਾਦ ਕਰੀਏ ਲਾਈਕ 5 7 ਜਾਂ 35, ਉਸ ਤੇ ਸੋਚਣ ਲਈ ਸਟ੍ਰੈਸ ਪੈਂਦਾ। ਅਗਰ ਆਪਾਂ ਆਪਣੀ ਰੀਜਨਲ ਲੈਂਗੁਏਜ ਚ ਕਹੀਏ 7 5 35, ਆਟੋਮੈਟਿਕਲੀ ਇੱਕ ਆਨਸਰ ਕਮਸ ਫਰੋਮ ਯਰ ਮਾਊਥ, ਉੱਥੇ ਤੁਹਾਨੂੰ ਸੋਚਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਸੋ ਇਹ ਸਾਰੇ ਪੱਖਾਂ ਨੂੰ ਦੇਖਦੇ ਹੋਏ ਰੀਜਨਲ ਲੈਂਗੁਏਜ ਕੁਝ ਪੱਖ ਇਹ ਜਿਹੇ ਨੇ ਜਿਹੜੇ ਤੁਹਾਡੇ ਸਾਇੰਟੀਫਿਕਲੀ ਵੀ ਅੱਛੇ ਡਿਵੈਲਪ ਕਰਦੀ ਹੈ। ਸੋ ਕੁਝ ਐਗਜ਼ਾਮਪਲਸ ਜਿਹੜੀਆਂ ਹੈਗੀਆਂ ਨੇ, ਉਹ 5th ਕਲਾਸ ਤੱਕ ਬੱਚਿਆਂ ਨੂੰ ਮੈਥ ਅਤੇ ਰੀਜਨਲ ਲੈਂਗੁਏਜ ਤੇ ਸਟ੍ਰੈਸ ਦੇਣੀ ਹੈ ਤਾਂ ਜੋ ਉਹਨਾਂ ਦਾ ਮੈਂਟਲ ਗਰੋਥ ਅੱਛਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੋਕੇਸ਼ਨਲ ਕੰਮ ਅੱਛੇ ਤਰੀਕੇ ਨਾਲ ਕਰ ਸਕਣ। ਤੇ ਹਾਇਰ ਐਜੂਕੇਸ਼ਨ ਦੇ ਵਿੱਚੋਂ ਵੀ 50% ਇਹ ਸੋਚ ਕੇ ਪ੍ਰੋਡਕਸ਼ਨ ਕੀਤੀ ਜਾਊਗੀ ਕਿ ਇਹਨਾਂ ਨੂੰ ਨਾਲ ਦੀ ਨਾਲ ਆਪਣਾ ਕੰਮ ਮਿਲਦਾ ਹੋਵੇ ਵਿਦ ਦ ਹੈਲਪ ਆਫ ਇੰਟਰਨਸ਼ਿਪ ਡਿਊਰਿੰਗ ਸਟੱਡੀ। At last, I thank you to all to attend this. If any query, kindly put in a chat box, or you can on your mic to say a question regarding this. जी काइंडली सारे अपनी वीडियोस ऑन कर लें प्लीज। अगर किसी कोई क्वेश्चन है प्लीज पूछ सकते हो, मैम भी है कोई प्रॉब्लम है किसी रिलेटेड। ਹੁਣ ਮੈਨੂੰ ਲੱਗਦਾ ਵੀ ਆਪਾਂ ਇੰਨੇ ਕੁ ਰੈਡੀ ਹੋ ਚੁੱਕੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਅਸੀਂ ਐਜੂਕੇਸ਼ਨ ਪਾਲਿਸੀ ਦੀ ਅਵੇਅਰਨੈਸ ਕ੍ਰੀਏਟ ਕਰ ਸਕੀਏ।